श्री वाहेगुरु। साहिब जीओ जहाँ तू साहिब तहाँ पौके हा। हाँ तुद बिन किस सालाही। एक तू तां सब किछ है। मैं तुद बिन दूजा को नहीं। जहाँ तू साहिब तां पौके हा। हाँ तुद बिन किस सालाही। एक तू तां सब किछ है। मैं तुझ बिन दूजा को नाही। बाबा बिख देखिया संसार। रखिया करो गुसाई मेरे। मैं नाम तेरा आधार। बाबा बिख देखिया संसार। रखिया करो गुसाई मेरे। मैं नाम तेरा आधार। धन वाहेगुरु साहिब जीओ। पौड़ी हे अच्युत हे पार ब्रह्म। अविनाशी अगनाश। हे पूरन हे सर्ब मैं दुख भंजन गुण तास। हे अच्युत हे पार ब्रह्म अविनाशी अगनाश। हे पूरन हे सर्ब मैं दुख भंजन गुण तास। हे संगी हे निरंकार। हे निर्गुण सब टेक। हे गोबिंद हे गुण निधान। जाकै सदा बबेक। हे अपरंपर हर हरे है पी होवन हार। हे संतां कह सदा संग निधारा आधार। हे ठाकुर हों दासरो मैं निर्गुण गुण नहीं कोए। नानक
ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ। ਮਿਹਰਾਂ ਦੇ ਦਾਤੇ, ਬਖਸ਼ਿਸ਼ਾਂ ਦੇ ਭੰਡਾਰ, ਵਾਲੀਏ ਕੁਲ ਆਲਮ। ਰਾਜ਼ਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਹਾਜ਼ਰੀਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਵਡਭਾਗੇ ਹਾਂ। ਗੁਰਦੇਵ ਨੇ ਇਹ ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ। ਗੁਰੂ ਦਰਬਾਰ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਬਹੁਤ ਹੀ ਰਸਪਿੰਨੀ ਆਵਾਜ਼ ਦੇ ਵਿੱਚ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਮੇਰੇ ਖਿਆਲ ਦੇ ਵਿੱਚ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਇਹਨਾਂ ਬਚਨਾਂ ਦੇ ਦਰਸ਼ਨ ਕਰਦੇ ਹਾਂ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ। ਸਮੁੱਚੇ ਬ੍ਰਹਿਮੰਡ ਦਾ ਪਾਲਣਹਾਰਾ, ਸਾਰੇ ਸੰਸਾਰ ਦੇ ਜੀਵਾਂ ਨੂੰ ਬਖਸ਼ਿਸ਼ਾਂ ਕਰਨ ਵਾਲਾ, ਦਾਤਾਂ ਦੇਣ ਵਾਲਾ ਇੱਕ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਹੈ। ਹਜ਼ੂਰ ਨੇ ਦੂਜਾ ਪੱਖ ਵੀ ਸੰਸਾਰ ਦੇ ਸਨਮੁਖ ਉਜਾਗਰ ਕੀਤਾ। ਆਖਿਆ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਜਗਤ ਭਿਖਾਰੀ ਫਿਰਤ ਹੈ। ਸਾਰਾ ਸੰਸਾਰ ਉਸ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਦੇ ਦਰ ਦਾ ਮੰਗਤਾ ਹੈ, ਭਿਖਾਰੀ ਹੈ। ਤੇ ਬਖਸ਼ਿਸ਼ਾਂ ਕਰਨ ਵਾਲਾ, ਨਿਆਮਤਾਂ ਦੇਣ ਵਾਲਾ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਹੈ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹੋਂ ਤੈ ਪੈ ਮੰਗੋ, ਦੇ ਆਪਣਾ ਨਾਮ। ਇੱਥੋਂ ਤੱਕ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਬੋਲ ਬਖਸ਼ਿਸ਼ ਕੀਤੇ। ਗੁਰੂ ਤਰੁੱਟ ਪਵੇ ਸਿੱਖਾ, ਤੈਨੂੰ ਮੰਗਣ ਦੀ ਜਾਚ ਆ ਜਾਵੇ, ਤੂੰ ਝੋਲੀ ਅੱਡ ਕੇ ਇੱਕੋ ਗੱਲ ਆਖੇ ਦਾਤਿਆ, ਮੰਗਣਾ ਮੰਗਣ ਨਹੀਂ ਕਾ। ਕੀ ਮੰਗਣਾ ਹੈ? ਹਰ ਜਸ ਗੁਰ ਤੇ ਮੰਗਣਾ। ਤੇ ਇਹ ਹਕੀਕਤ ਹੈ। ਸਾਡੇ ਉਸਤਾਦ ਜੀ ਇਹ ਗੱਲ ਦੱਸਿਆ ਕਰਦੇ ਸਨ ਕਿ ਜਦੋਂ ਛੋਟੇ ਹੁੰਦੇ ਕਿਸੇ ਦੁਕਾਨ ਤੇ ਕੁਝ ਸਮਾਨ ਖਰੀਦਣ ਵਾਸਤੇ ਜਾਣਾ ਤੇ ਜੋ ਵਸਤੂ ਖਰੀਦਦਾਰੀ ਕਰਨੀ, ਖਰੀਦਣੀ, ਤੇ ਉਹਦੇ ਨਾਲ ਦੁਕਾਨਦਾਰ ਨੂੰ ਕਹਿਣਾ ਵੀ ਝੁੰਗਾ ਦੇ ਦੇ। ਉਸ ਸ਼ਾਪਕੀਪਰ ਨੇ, ਉਸ ਦੁਕਾਨਦਾਰ ਨੇ ਹੱਸਦਿਆਂ ਹੋਇਆਂ ਕੁਝ ਸਮਾਨ ਬੱਚੇ ਦੇ ਹੱਥ ਉੱਤੇ ਰੱਖ ਦੇਣਾ। ਗੁਰੂ ਪਿਆਰੀ ਸਾਧ ਸੰਗਤ, ਜਿਸ ਵੀ ਮਨੁੱਖ ਨੇ ਰੱਬ ਨੂੰ ਮੰਗ ਲਿਆ, ਯਕੀਨ ਕਰਿਆ ਜੇ ਉਹ ਦਾਨੇ ਸੱਜਣ, ਉਹ ਮਹਾਂਪੁਰਖ ਦੱਸਿਆ ਕਰਦੇ ਸਨ ਕਿ ਬਾਕੀ ਸਾਰੇ ਦਾ ਸਾਰਾ ਕੁਝ ਝੁੰਗੇ ਦੇ ਵਿੱਚ ਹੀ ਨਾਲ ਮਿਲ ਜਾਣਾ, ਮੰਗਣ ਦੀ ਵੀ ਲੋੜ ਨਹੀਂ ਹੈਗੀ। ਮੈਨੂੰ ਮਾਫ ਕਰਿਆ ਜੇ, ਸਾਰਾ ਕੁਝ ਮੰਗ ਲਿਆ ਹੈ, ਰੱਬ ਜੀਵਨ ਦੇ ਵਿੱਚ ਨਹੀਂ, ਰੱਬ ਦੀ ਯਾਦ ਜ਼ਿੰਦਗੀ ਵਿੱਚ ਨਹੀਂ। ਹਜ਼ੂਰ ਕਿਰਪਾ ਕਰਦੇ ਆ, ਕਹਿਣ ਲੱਗੇ ਅੰਦਰ ਖਾਲੀ ਹੋ ਜਾਵੇਗਾ।
ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨ ਸ਼ਾਰ। ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਵਾਰ-ਵਾਰ ਐਸੀ ਬਖਸ਼ਿਸ਼ ਵੀ ਸਾਡੇ ਸਨਮੁਖ ਰੱਖਦੇ ਨੇ। ਜਦੋਂ ਹਜ਼ੂਰ ਨੇ ਇਹ ਬਚਨ ਕਿਰਪਾ ਕੀਤੇ, ਮੈਂ ਕਿਆ ਮੰਗੂ ਹੇ ਅਕਾਲ ਪੁਰਖ, ਮੈਂ ਤੁਹਾਡੇ ਕੋਲੋਂ ਮੰਗਾਂ ਕੀ? ਸੰਸਾਰ ਜਿਹੜਾ ਕੁਝ ਮੰਗਦਾ ਹੈ ਉਹਦੀ ਅਸਲੀਅਤ ਕੀ ਹੈ? ਕਿਛ ਥਿਰ ਨਾ ਰਹਾਈ, ਉਹਦਾ ਵਜੂਦ ਹੀ ਕੋਈ ਨਹੀਂ ਹੈਗਾ। ਮਾਫੀ ਮੰਗ ਕੇ ਕਹਿਣ ਲੱਗਾ, ਗੱਲ ਦੂਰ ਤੱਕ ਜਾ ਰਹੀ ਹੈ। ਜਿਹੜੇ ਪਦਾਰਥਾਂ ਦੀ ਹੋੜ ਵਿੱਚ ਬੰਦਾ ਲੱਗਾ ਹੋਇਆ ਹੈ, ਸੱਚਾਈ ਤੇ ਇਹ ਹੈ ਨਾ ਵੀ ਇਹਨਾਂ ਰਹਿ ਇੱਥੇ ਹੀ ਜਾਣਾ ਹੈ। ਤੇ ਜਿਹੜੇ ਮਨੁੱਖ ਨੇ ਜੀਵਨ ਦੇ ਵਿੱਚ ਅਰਬਾਂ ਖਰਬਾਂ ਡਾਲਰ ਕਮਾਏ ਨੇ, ਤੇ ਜਿਸ ਵੇਲੇ ਡਾਕਟਰ ਹੱਥ ਖੜੇ ਕਰ ਦਿੰਦੇ ਨੇ ਵੀ ਸੌਰੀ ਵੀ ਕਾਂਟ ਡੂ ਐਨੀਥਿੰਗ, ਭਾਈ ਸਾਡੇ ਵੱਸੋਂ ਬਾਹਰ ਦੀ ਗੱਲ ਏ, ਅਸੀਂ ਹੁਣ ਕੁਝ ਨਹੀਂ ਕਰ ਸਕਦੇ, ਤੇ ਜੋ ਧਨ ਉਹਨੇ ਕਮਾਇਆ ਉਹ ਸਾਰਾ ਦੇ ਕੇ ਵੀ ਆਪਾਂ 2 ਸਾਹ ਉਹਦੇ ਵਿੱਚ ਨਹੀਂ ਪਾ ਸਕਦੇ। ਨੈ ਵੱਢਣ ਘਟਣ ਤਿਲ ਸਾਰ, ਇਹ ਗਿਣਤੀ ਦੇ ਸਾਹ ਨੇ, ਇਹਨਾਂ ਨੂੰ ਵਧਾਇਆ ਘਟਾਇਆ ਨਹੀਂ ਜਾ ਸਕਦਾ। ਬੰਦੇ ਦੇ ਹੱਥ ਹੈ ਨਹੀਂ ਕੁਝ। ਪਰ ਅਫਸੋਸ ਕੀ ਹੈ? ਅਫਸੋਸ ਇਸੇ ਗੱਲ ਦਾ ਹੈ ਕਿ ਜਿੰਨੀ ਦੇਰ ਤੱਕ ਇਸ ਸਰੀਰ ਦੇ ਵਿੱਚ ਜੀਵਨ ਹੈ, ਮਨੁੱਖ ਸਮਝਣ ਵਾਸਤੇ ਤਿਆਰ ਨਹੀਂ। ਇਹ ਗੱਲਾਂ ਸਾਨੂੰ ਓਪਰੀਆਂ ਬਗਾਨੀਆਂ ਵੱਖਰੀਆਂ ਲੱਗਦੀਆਂ ਨੇ। ਤੇ ਜਿਹੜਾ ਪ੍ਰੈਜ਼ੈਂਟ ਦੇ ਵਿੱਚ ਨਹੀਂ ਰਹਿੰਦਾ, ਪਾਸਟ ਦੇ ਵਿੱਚ ਜਾਂ ਫਿਊਚਰ ਦੇ ਵਿੱਚ ਜੀਵਨ ਬਤੀਤ ਕਰਦਾ ਹੈ, ਤੇ ਮੈਨੂੰ ਖਿਮਾ ਕਰਿਆ ਜੇ ਮੇਰੇ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕਰਦੇ ਆ, ਕਹਿਣ ਲੱਗੇ ਫਿਊਚਰ ਉਸੇ ਦਾ ਸਿਕਿਉਰ ਹੈ, ਪਾਸਟ ਉਸੇ ਦਾ ਚੜ੍ਹਦੀ ਕਲਾ ਵਾਲਾ ਬਣੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹਦਾ? ਹਜ਼ੂਰ ਕਹਿਣ ਲੱਗੇ, ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂ ਨਾਹੀ। ਅੱਗੇ ਰਹਾਉ ਵਾਲਾ ਬੰਦ ਹੈ, ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣੇ ਨੇ ਭਾਈ ਨੰਦ ਲਾਲ ਜੀ। ਭਾਈ ਨੰਦ ਲਾਲ ਗੋਇਆ ਬੜੇ ਆਲਾ ਦਰਜੇ ਦੇ ਸ਼ਾਇਰ ਨੇ। ਫਾਰਸੀ ਦੇ ਉੱਤੇ ਬੜੀ ਪਕੜ ਹੈ, ਬੜੀ ਸਮਝ ਹੈ। ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦੇ ਬਾਬਤ ਐਡੇ ਵੱਡੇ ਬੋਲ ਭਾਈ ਨੰਦ ਲਾਲ ਜੀ ਹੋਰਾਂ ਨੇ ਲਿਖੇ ਨੇ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਐਡੇ ਐਡੇ ਵੱਡੇ ਲਕਬ ਵਰਤਨ ਤੋਂ ਬਾਅਦ ਭਾਈ ਨੰਦ ਲਾਲ ਕਲਮ ਸੁੱਟ ਦਿੰਦਾ ਤੇ ਕਹਿੰਦਾ, ਦਾਤਿਆ ਮੇਰੇ ਵੱਸੋਂ ਬਾਹਰ ਹੈ, ਮੇਰੇ ਲਫ਼ਜ਼ ਛੋਟੇ ਰਹਿ ਗਏ ਨੇ, ਘੱਟ ਰਹਿ ਗਏ ਨੇ, ਪਰ ਤੁਹਾਡੀ ਵਡਿਆਈ, ਤੁਹਾਡੀ ਉਪਮਾ ਬੇਅੰਤ ਹੈ। ਮੇਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਸਵਈਆ ਪੜ੍ਹ ਲਈਏ। ਜਿਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਦੀ ਮਹਿਮਾ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਤੇ ਹਜ਼ੂਰ ਕਹਿਣ ਲੱਗੇ, ਸੰਭਾਵਨਾ ਹੈ ਵਿਗਿਆਨ ਤਰੱਕੀ ਕਰੇ, ਸਮਾਂ ਕਰਵਟ ਬਦਲੇ, ਆਸਮਾਨ ਤੋਂ ਡਿੱਗਣ ਵਾਲੀਆਂ ਕਣੀਆਂ ਦੀ, ਵਰਖਾ ਦੀ ਕੋਈ ਗਿਣਤੀ ਕਰ ਲਵੇ, ਉਹਨਾਂ ਨੂੰ ਕਾਊਂਟ ਕਰ ਲੈ। ਜਿੰਨੇ ਪੂਰੇ ਬ੍ਰਹਿਮੰਡ ਦੇ ਵਿੱਚ ਫੁੱਲ ਖਿੜਦੇ ਨੇ ਹਰ ਰੋਜ਼, ਕੋਈ ਉਹਨਾਂ ਨੂੰ ਵੀ ਗਿਣ ਲੇ, ਪੋਸੀਬਿਲਿਟੀ ਹੈ, ਸੰਭਾਵਨਾ ਹੈ। ਆਸਮਾਨ ਦੇ ਵਿੱਚ ਨਿਕਲਣ ਵਾਲੇ ਤਾਰਿਆਂ ਨੂੰ ਕੋਈ ਕਾਊਂਟ ਕਰ ਲੈ, ਇਹ ਵੀ ਸੰਭਵ ਹੈ। ਪਰ ਅੱਜ ਤੱਕ ਦੁਨੀਆ ਦੇ ਵਿੱਚ ਕੋਈ ਐਸਾ ਨਹੀਂ ਪੈਦਾ ਹੋਇਆ ਜਿਹੜਾ ਆਪਣੀ ਅਕਲ ਨਾਲ, ਆਪਣੀ ਜ਼ੁਬਾਨ ਨਾਲ, ਆਪਣੀ ਕਲਮ ਨਾਲ ਇਹ ਦੱਸ ਸਕੇ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਤੁਹਾਡੇ ਜੀਵਨ ਵਿੱਚ ਕਿੰਨੇ ਕੁ ਰੱਬੀ ਗੁਣ ਨੇ, ਕਿੰਨੀਆਂ ਕੁ ਬਖਸ਼ਿਸ਼ਾਂ ਨੇ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਕਨ ਹਰ ਬੂੰਦ ਬਸੋ ਰੂਮਾਵਲ, ਕੁਸਮ ਬਸੰਤ ਗਨੰਤ ਨਾ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨੈ ਜੋ ਗਾਵੈ,
ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ, ਤੇਰੀ ਉਪਮਾ ਤੋਹੇ ਬਨ ਆਵੈ। ਭਾਈ ਨੰਦ ਲਾਲ ਅਧਿਆਪਕ ਸਨ, ਉਸਤਾਦ ਸਨ। ਕੁਰਾਨ ਦੀ ਇੱਕ ਆਇਤ ਦੇ ਮਾਇਨੇ ਭਾਈ ਨੰਦ ਲਾਲ ਨੇ ਏਡੇ ਗਜ਼ਬ ਦੇ, ਏਡੇ ਸਲੀਕੇ ਨਾਲ ਕੀਤੇ, ਔਰੰਗਜ਼ੇਬ ਬੜਾ ਮੁਤਾਸਿਰ ਹੋਇਆ, ਬੜਾ ਪ੍ਰਭਾਵਿਤ ਹੋਇਆ। ਪੁੱਛਿਆ ਕੌਣ ਹੈ? ਜਵਾਬ ਮਿਲਿਆ ਨੰਦ ਲਾਲ। ਗੁਰੂ ਪਿਆਰੀ ਸਾਧ ਸੰਗਤ, ਇਹ ਨਾਂ ਔਰੰਗਜ਼ੇਬ ਨੂੰ ਅਜਮ ਨਹੀਂ ਹੋਇਆ। ਠਾਣ ਲਈ ਉਹਦਾ ਗੁਣ ਹੀ ਉਹਦਾ ਦੁਸ਼ਮਣ ਬਣ ਗਿਆ। ਭਾਈ ਐਡਾ ਸਿਆਣਾ ਬੰਦਾ ਇਸਲਾਮ ਦੇ ਵਿੱਚ ਹੋਣਾ ਚਾਹੀਦਾ। ਤੇਰਾ ਭਲਾ ਇਸੇ ਗੱਲ ਦੇ ਵਿੱਚ ਹੈ ਕਿ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਇਸਲਾਮ ਨੂੰ ਧਾਰਨ ਕਰ ਲੈ। ਜਿਸ ਵੇਲੇ ਇਹ ਖਬਰ ਭਾਈ ਨੰਦ ਲਾਲ ਦੇ ਕੰਨਾਂ ਤੱਕ ਪੁੱਜੀ, ਸਹਾਰਾ ਲੱਭਦਾ ਹੈ, ਆਸਰਾ ਲੱਭਦਾ ਹੈ, ਤੇ ਉਸੇ ਆਸਰੇ ਦੇ ਅਧੀਨ ਹੀ ਉਹਨੂੰ ਕਿਸੇ ਨੇ ਸਮਝਾਇਆ, ਜੇ ਅੱਜ ਤੇਰੀ ਕੋਈ ਰਾਖੀ ਕਰ ਸਕਦਾ, ਤੈਨੂੰ ਕੋਈ ਬਚਾ ਸਕਦਾ ਹੈ, ਤੇ ਉਸ ਦਾਤੇ ਦਾ ਨਾਂ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ। ਉਹ ਵਾਸੀ ਆਨੰਦਪੁਰ ਸਾਹਿਬ ਦਾ ਹੈ। ਤੇਰੀ ਜਾਨ ਬਚ ਜਾਏਗੀ, ਤੂੰ ਉਸ ਦਾਤੇ ਦੀ ਸ਼ਰਨ ਦੇ ਵਿੱਚ ਚਲਾ ਜਾ। ਭਾਈ ਨੰਦ ਲਾਲ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਜਿਸ ਵੇਲੇ ਪੁੱਜਦੇ ਨੇ, ਲਤੀਫ ਬੁੱਧੀ ਵਾਲਾ ਹੈ, ਜਹੀਨ ਅਕਲ ਵਾਲਾ ਹੈ, ਬਹੁਤ ਦਾਨਾ ਸਿਆਣਾ ਹੈ, ਤੇ ਜਿਸ ਵੇਲੇ ਜਿਵੇਂ ਜਿਵੇਂ ਗੁਰੂ ਸ਼ਬਦ ਦਾ ਪ੍ਰਭਾਵ ਉਸ ਦੇ ਜੀਵਨ ਅੰਦਰ ਹੁੰਦਾ ਹੈ, ਉਵੇਂ ਉਵੇਂ ਗੁਰੂ ਦੇ ਚਰਨਾਂ ਨਾਲ ਜੁੜਦਾ ਜਾਂਦਾ ਹੈ, ਸਾਂਝ ਬਣਦੀ ਜਾਂਦੀ ਹੈ। ਸ਼ਬਦ ਜਿਹੜਾ ਸਾਡਾ ਅੱਜ ਦਾ ਵਿਚਾਰ ਗੋਚਰਾ ਹੈ, ਭਾਈ ਸਾਹਿਬ ਹੋਰੀ ਕੀਰਤਨ ਦੇ ਵਿੱਚ ਗਾਇਨ ਕਰਕੇ ਗਏ ਨੇ, ਅਕਾਲ ਪੁਰਖ ਇੱਕ ਦਾਤਾ ਦੇਣ ਵਾਲਾ ਹੈ, ਸਾਰਾ ਸੰਸਾਰ ਉਹਦੇ ਦਰ ਦਾ ਭਿਖਾਰੀ ਹੈ, ਉਹਦੇ ਦਰ ਦਾ ਮੰਗਤਾ ਹੈ। ਤੇ ਗੁਰੂ ਪਿਆਰੀ ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਮਿਹਰਾਂ ਦੇ ਦਾਤੇ ਜੋ ਵੀ ਕਰਨ ਬੜੀ ਨੀਝ ਲਾ ਕੇ ਤੱਕੇ, ਲੰਗਰ ਵਿੱਚ ਸੇਵਾ ਕਰੇ, ਜਿੱਥੇ ਗੁਰੂ ਦਾ ਹੁਕਮ ਹੋਵੇ ਉੱਥੇ ਜਾ ਕੇ ਖਲੋ ਜਾਵੇ, ਤੇ ਮਹਿਸੂਸ ਵੀ ਕਰੇ ਕਿ ਜਿਸ ਸੰਗਤ ਦੇ ਵਿੱਚ ਮੈਂ ਹੁਣ ਆ ਗਿਆ, ਯਕੀਨਨ ਮੇਰੇ ਜੀਵਨ ਦਾ ਪਾਰ ਉਤਾਰਾ ਹੋ ਜਾਏਗਾ, ਗੁਰੂ ਦੇ ਚਰਨਾਂ ਨਾਲ ਜੁੜਿਆ। ਇੱਕ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਲੰਗਰ ਪ੍ਰਸ਼ਾਦ ਛਕਣ ਲੱਗੇ ਨੇ। ਭਾਈ ਨੰਦ ਲਾਲ ਜੀ ਸਾਹਮਣੇ ਬਹਿ ਕੇ ਵੇਖਦੇ ਪਏ ਨੇ। ਹਜ਼ੂਰ ਨੇ ਮਾਲਕ ਦਾ ਸ਼ੁਕਰਾਨਾ ਕੀਤਾ। ਰਸਨਾ ਦੇ ਉੱਤੇ ਇਹ ਬਚਨ ਨੇ, ਇਹ ਬੋਲ ਨੇ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਇਥੇ ਅੰਮ੍ਰਿਤ ਦੇ ਅਖਰੀ ਅਰਥ ਨੇ ਭੋਜਨ। ਲਗਭਗ ਵਿਦਵਾਨ ਸੱਜਣਾ ਦੇ ਇਹ ਕਥਨ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਮ੍ਰਿਤ ਅੱਖਰ ਦੇ 13 ਤਰ੍ਹਾਂ ਦੇ ਮਾਇਨੇ ਆਏ ਨੇ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਉਥੇ ਅਰਥ ਹੋਰ ਨੇ। ਜਦੋਂ ਆਪਾਂ ਇਹ ਬੋਲ ਪੜ੍ਹਦੇ ਹਾਂ, ਸੋਰ ਨਾਰ ਮਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇਹਦੇ ਪਾਠ ਦੇ ਉਚਾਰਨ ਲਈ ਕਈ ਵਾਰੀ ਸਾਡੀ ਜ਼ਬਾਨ ਦੇ ਉੱਤੇ ਅੱਖਰ ਹੋਰ ਵਿਚੜੇ ਹੁੰਦੇ ਨੇ, ਪਰ ਜਿੱਥੇ ਪੈਰ ਦੇ ਵਿੱਚ ਰਾਹ ਹੈ ਉੱਥੇ ਉਚਾਰਨ ਕਰਨ ਵੇਲੇ ਸਾਨੂੰ ਧਿਆਨ ਰੱਖਣ ਦੀ ਲੋੜ ਹੈ। ਅੰਮ੍ਰਿਤ, ਐੜਾ ਮੰਮਾ, ਮੰਮੇ ਨੂੰ ਸਿਹਾਰੀ, ਥੱਲੇ ਪੈਰ ਦੇ ਵਿੱਚ ਰਾਰਾ ਤੇ ਤੱਤਾ, ਅੰਮ੍ਰਿਤ ਲਫ਼ਜ਼। ਫਿਰ ਬੇਨਤੀ ਕਰਾਂ, ਜਿਸ ਵੇਲੇ
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਪ੍ਰਸ਼ਾਦ ਛਕਣ ਲੱਗੇ ਨੇ, ਪ੍ਰਸ਼ਾਦਾ ਹੱਥ ਦੇ ਵਿੱਚ ਚੁੱਕਿਆ ਤੇ ਕੀ ਵੇਖਦੇ ਨੇ, ਸਾਹਮਣੇ ਇੱਕ ਕੂਕਰ ਬੈਠਾ ਹੋਇਆ ਹੈ। ਮੇਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੇ ਅੱਧੀ ਬੁਰਕੀ ਤੋੜ ਕੇ, ਅੱਧੀ ਰੋਟੀ ਤੋੜ ਕੇ ਉਸ ਕੂਕਰ ਨੂੰ ਪਾ ਦਿੱਤੀ। ਭਾਈ ਨੰਦ ਲਾਲ ਜੀ ਨੀਝ ਨਾਲ ਤੱਕਦੇ ਪਏ ਨੇ, ਧਿਆਨ ਨਾਲ ਵੇਖਦੇ ਪਏ ਨੇ ਤੇ ਹੱਥ ਬੰਨ ਕੇ ਬੇਨਤੀ ਕਰਦੇ ਹਾਂ। ਕਹਿਣ ਲੱਗੇ, ਦਾਤਾ ਜੇ ਤੁਰਠੇ ਹੋ, ਬਖਸ਼ਿਸ਼ ਦੇ ਘਰ ਵਿੱਚ ਆਏ ਹੋ ਤੇ ਬਾਕੀ ਦੀ ਰੋਟੀ ਦਾ ਟੁਕੜਾ ਇਸ ਕੂਕਰ ਨੂੰ ਵੀ ਪਾ ਦਿਓ, ਇਸ ਕੁੱਤੇ ਨੂੰ ਵੀ ਪਾ ਦਿਓ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਕਤੀਆਂ ਨੇ, ਜੇ ਯਾਦ ਨੇ ਤੇ ਜ਼ਰੂਰ ਬੋਲਿਆ ਜੀ। ਕਬੀਰ ਕੂਕਰ ਰਾਮ ਕੋ ਮੁਤਿਆ मेरो नाओ, गले हमारे जेवरी जह खिंच तह जाओ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਨੁੱਖ ਸੁਣ ਕੇ ਹੈਰਾਨ ਰਹਿ ਗਿਆ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਿਆ, ਦਾਤਾ ਜੀ ਬੰਦਾ ਸਿਮਰਨ ਕਿਵੇਂ ਕਰੇ, ਬੰਦਗੀ ਕਿਵੇਂ ਕਰੇ, ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਣੀ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ, ਜਿਵੇਂ ਕੁੱਤਾ ਕਰਦਾ। ਆਖੋ ਪਿਆਰ ਨਾਲ ਸਤਨਾਮ। ਕੁੱਤਾ ਕਿਹੜੇ ਧਾਰਮਿਕ ਸਥਾਨ ਦੇ ਉੱਤੇ ਚੱਲ ਕੇ ਜਾਂਦਾ ਹੈ ਜੀ? ਕੁੱਤੇ ਦੇ ਕੋਲ ਜੀਵਨ ਦਾ ਕਿਹੜਾ, ਤੇ ਜਿਹੜਾ ਕੁੱਤੇ ਦਾ ਦੂਜਾ ਪੱਖ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਉਹ ਵੀ ਨਹੀਂ ਲੁਕੋਇਆ। ਇਹ ਪੰਕਤੀ ਆਪਾਂ ਪਹਿਲਾਂ ਸਰਵਣ ਕਰ ਲਈਏ। ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਸਵਾਨ ਕੂਕਰ ਨੂੰ ਕਹਿੰਦੇ ਨੇ। ਦੂਜਾ ਪਾਸਾ ਕਿਹੜਾ? ਜਿਉ ਕੂਕਰ ਹਰ ਘਾਇਆ, ਜਦੋਂ ਕੁੱਤਾ ਹਲਕ ਜਾਂਦਾ ਆਪਣੇ ਮਾਲਕ ਨੂੰ ਵੱਢਣਾ ਸ਼ੁਰੂ ਕਰ ਦਿੰਦਾ। ਤੇ ਜਿੱਥੇ ਮਹਾਰਾਜ ਨੇ ਕੂਕਰ ਵਾਂਗੂ ਇਬਾਦਤ ਕਰਨ ਦਾ ਹੁਕਮ ਕੀਤਾ, ਉੱਥੇ ਭਾਵ ਕੀ ਹੈ? ਡੈਲੀਕੇਸ਼ਨ, ਸਮਰਪਣ ਭਾਵ। ਤੇ ਗੁਰੂ ਪਿਆਰੀ ਸਾਧ ਸੰਗਤ, ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੂੰ ਕਹਿੰਦੇ ਨੇ, ਦਾਤਿਆ ਬਾਕੀ ਦਾ ਟੁੱਕਰ ਇਸ ਕੁੱਕਰ ਨੂੰ ਪਾ ਦਿਓ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਮੁਸਕਰਾਏ ਤੇ ਕਹਿਣ ਲੱਗੇ, ਨੰਦ ਲਾਲ ਕੁੱਤੇ ਕਦੇ ਮੰਗਿਆ ਨਹੀਂ ਕਰਦੇ। ਅੱਖਾਂ ਵਿੱਚੋਂ ਨੀਰ ਵਹਿ ਟੁਰਿਆ, ਪਾਣੀ ਵਹਿ ਟੁਰਿਆ। ਦਾਤਿਆ ਸੱਚਾਈ ਇਹ ਹੈ, ਮੈਨੂੰ ਅਜੇ ਤੇਰੇ ਦਰ ਦਾ ਕੂਕਰ ਬਣਨ ਦੀ ਵੀ ਜਾਚ ਨਹੀਂ ਆਈ। ਮੈਨੂੰ ਅਜੇ ਕੂਕਰ ਬਣਨ ਦਾ ਵੱਲ ਵੀ ਨਹੀਂ ਆਇਆ। ਮੇਰਾ ਯਕੀਨ ਕਰਿਆ ਜੇ ਗੁਰੂ ਪਿਆਰੀ ਸਾਧ ਸੰਗਤ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਸਾਡੇ ਸਨਮੁਖ ਆ ਕੇ ਖਲੋ ਜਾਣ ਤੇ ਸਾਨੂੰ ਕਹਿਣ ਵੀ ਸਿੱਖਾ ਮੰਗ ਕੀ ਮੰਗਣਾ, ਤੇ ਜਿਹੜੇ ਪਦਾਰਥਾਂ ਦੀ ਹੋੜ ਵਿੱਚ ਅੱਜ ਦੁਨੀਆ ਲੱਗੀ ਹੋਈ ਹੈ, ਉਹ ਸਾਰਾ ਮਟੀਰੀਅਲ ਮੇਰੇ ਹਜ਼ੂਰ ਕਹਿੰਦੇ ਨੇ ਨਾਸ਼ਵੰਤ ਹੈ। ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰੋ, ਇਸ ਸਖਣੀ ਝੋਲੀ ਦੇ ਵਿੱਚ ਨਾਮ ਦਾ ਕਿਣਕਾ ਪਾ ਦਿਓ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਗੌੜੀ 52 ਅੱਖਰੀ, ਜਿੰਨੀਆਂ ਵੀ 52 ਅੱਖਰੀਆਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਵਿੱਚ ਆਈਆਂ ਨੇ, ਉਹ ਇਸ ਗੱਲ ਦੀਆਂ ਲਖਾਇਕ ਨੇ, ਸ਼ਬਦ ਦਾ, ਅੱਖਰ ਦਾ ਕੀ ਵਜਨ ਹੈ ਸਿੱਖ ਦੀ ਜ਼ਿੰਦਗੀ ਵਿੱਚ। ਜਦੋਂ ਅਸੀਂ ਸ਼ਬਦ ਗੁਰੂ ਕਹਿੰਦੇ ਆ, ਇਹਦਾ ਮਤਲਬ ਸਿੱਖ ਗਿਆਨ ਦਾ ਪੁਜਾਰੀ ਹੈ, ਸਿੱਖ ਸਮਝ ਦਾ ਪੁਜਾਰੀ ਹੈ। ਸਿੱਖ ਗੁਰੂ ਦੇ ਕੋਲੋਂ ਆਪਣੇ ਜੀਵਨ ਦੇ ਵਿੱਚ ਸਿੱਖਿਆ ਲੈ ਕੇ ਉਸ ਦੇ ਅਨੁਸਾਰੀ ਹੋਣਾ ਲੋਚਦਾ ਹੈ, ਉਸ ਵਰਗਾ ਬਣਨਾ ਚਾਹੁੰਦਾ ਹੈ। ਹੋ ਸਕਦਾ ਹੈ ਤੁਹਾਡੇ ਕਿਸੇ ਦੇ ਜਿਹਨ ਵਿੱਚ ਵੀ ਇਹ ਸਵਾਲ ਹੋਵੇ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ, ਗੁਰਬਾਣੀ ਦੇ ਦਿੱਤੇ ਹੋਏ ਜੀਵਨ ਦੇ ਵਿੱਚ ਤੇ ਸਾਡੇ ਵਿੱਚ ਫਰਕ ਕੀ ਹੈ? ਸਿੱਖ ਨੇ ਜਪਜੀ ਸਾਹਿਬ ਪੜ੍ਹਿਆ, ਸਿੱਖ ਨੇ ਸੁਖਮਣੀ ਸਾਹਿਬ ਪੜ੍ਹਿਆ, ਸਿੱਖ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ, ਸਹਿਜ ਪਾਠ ਦੇ ਰੂਪ ਦੇ ਵਿੱਚ, ਅਖੰਡ ਪਾਠ ਸਾਹਿਬ ਦੇ ਰੂਪ ਦੇ ਵਿੱਚ। ਫਰਕ ਸਿਰਫ ਇੰਨਾ ਹੈ, ਅਜੇ ਅਸੀਂ ਜਪਜੀ ਸਾਹਿਬ ਪੜ੍ਹਿਆ ਹੈ, ਅਜੇ ਅਸੀਂ ਜਪਜੀ ਸਾਹਿਬ ਬਣੇ ਨਹੀਂ।
ਅਜੇ ਆਸਾ ਦੀ ਵਾਰ ਨੂੰ ਅਸਾਂ ਪੜ੍ਹਿਆ ਤੇ ਸੁਣਿਆ ਹੈ, ਪਰ ਆਸਾ ਦੀ ਵਾਰ ਦੇ ਬੋਲ ਸਾਡੀ ਜ਼ਿੰਦਗੀ ਦੇ ਵਿੱਚੋਂ ਪ੍ਰਗਟ ਨਹੀਂ ਹੋਏ, ਉਜਾਗਰ ਨਹੀਂ ਹੋਏ। ਬਸ ਆਹ ਫਰਕ ਹੈ। ਸਿੱਖ ਨੇ ਸੁਖਮਣੀ ਸਾਹਿਬ ਪੜ੍ਹਿਆ ਜ਼ਰੂਰ ਹੈ। ਜਦੋਂ ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਇਹ ਕਹਿੰਦੇ ਨੇ, ਸਾਰਿਆਂ ਨੂੰ ਪਾਠ ਯਾਦ ਹੈ, ਜ਼ਰੂਰ ਕਿਰਪਾ ਕਰਿਆ ਜੀ। ਸੁਖੀ ਬਸੈ ਮਸ਼ਕੀਨੀਆਂ, ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ, ਨਾਨਕ ਗਰਭ ਗਲੇ। कमर कटारा बंकरा, बंके का असवार, गर्भ न कीजै नानका, मत सिर आवे भार। ਜਿਹੜੇ ਘੋੜੇ ਦੇ ਉੱਤੇ ਆਕੜ ਕੇ ਅਸਵਾਰ ਹੋਇਆ ਸੀ ਤੇ ਬਹੁਤ ਕੀਮਤੀ ਵੱਡਾ ਹਥਿਆਰ ਆਪਣੇ ਕੋਲ ਸੀ, ਵਕਤ ਨੇ ਜਦੋਂ ਕਰਵਟ ਬਦਲੀ, ਘੋੜੇ ਤੋਂ ਡਿੱਗਾ ਉਹੀ ਹਥਿਆਰ ਉਹਦੇ ਆਪਣੇ ਢਿੱਡ ਦੇ ਵਿੱਚ ਵੱਜਾ। ਸਾਰਾ ਅਹੰਕਾਰ ਕਿੱਥੇ ਚਲਾ ਗਿਆ? ਗਰਭ ਨਾ ਕੀਜੈ ਨਾਨਕਾ, ਮਤ ਸਿਰ ਆਵੈ ਭਾਰ। ਤੇ ਇਸ ਸਾਰੀ ਅਸ਼ਟਪਦੀ ਦੀ ਜੇ ਆਪਾਂ ਵਿਆਖਿਆ ਕਰੀਏ ਤੇ ਕੱਲੀ ਕੱਲੀ ਗੱਲ ਨੂੰ ਨਖੇੜ ਕੇ, ਜੋਬਨ ਦਾ ਹੰਕਾਰ, ਮਾਇਆ ਦਾ ਹੰਕਾਰ, ਰੰਗ ਰੂਪ ਦਾ ਹੰਕਾਰ, ਪ੍ਰਾਪਰਟੀ ਦਾ ਹੰਕਾਰ, ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਆ, ਕਹਿਣ ਲੱਗੇ ਭਾਈ ਸੱਜਣੋ, ਇਹ ਚੇਤੇ ਰੱਖਿਆ ਜੇ, ਧਨ ਭੂਮ ਕਾਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਮੈਂ ਜਿੱਥੋਂ ਬੇਨਤੀ ਪ੍ਰਾਰੰਭ ਕਰਨ ਲੱਗਾ ਸਾਂ, ਤਵੱਜੋ ਦੇ ਕੇ ਸਮਝਿਆ ਜੇ। ਗੌੜੀ 52 ਅੱਖਰੀ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ। ਅੱਖਰ ਦਾ ਕੀ ਵਜਨ ਹੈ ਸਿੱਖ ਦੀ ਨਿਗਾਹ ਦੇ ਵਿੱਚ। ਪਿਤਾ ਕਾਲੂ ਜੀ ਮਹਿਤਾ ਕਲਿਆਣ ਦਾਸ ਜੀ ਚਾਹੁੰਦੇ ਨੇ ਕਿ ਮੇਰਾ ਪੁੱਤਰ ਜਿੰਨੀ ਵੀ ਸੰਸਾਰਕ ਐਜੂਕੇਸ਼ਨ ਹੈ ਉਹ ਚੰਗੇ ਪੱਧਰ ਦੇ ਉੱਤੇ ਹਾਸਲ ਕਰੇ। ਉਸ ਦੇ ਲਈ ਯੋਗ ਪ੍ਰਬੰਧ ਕੀਤਾ ਗਿਆ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਅੱਖਰ ਨੂੰ ਸਮਝਣ ਵਾਸਤੇ, ਅੱਖਰ ਨੂੰ ਜਾਣਨ ਵਾਸਤੇ ਉਹਨਾਂ ਅਧਿਆਪਕਾਂ ਦੇ ਕੋਲ ਚੱਲ ਕੇ ਜਾਂਦੇ ਨੇ। ਗੁਰੂ ਪਿਆਰੀ ਸਾਧ ਸੰਗਤ, ਬੜੀ ਸ਼ਿੱਦਤ ਦੇ ਨਾਲ ਮੇਰੇ ਸਾਹਿਬ ਨੇ ਅੱਖਰਾਂ ਦੇ ਉਸ ਗਿਆਨ ਨੂੰ ਹਾਸਲ ਕੀਤਾ, ਸਮਝਿਆ, ਪੜ੍ਹਿਆ, ਵਿਚਾਰਿਆ। ਬੋਲ ਗੁਰੂ ਗ੍ਰੰਥ ਸਾਹਿਬ ਦੇ ਨੇ, ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ। ਇਸ ਗੱਲ ਦਾ ਅਹਿਸਾਸ ਪੜ੍ਹਾਉਣ ਵਾਲੇ ਉਸਤਾਦ ਨੂੰ ਹੋ ਗਿਆ ਕਿ ਜਿਹੜਾ ਬੱਚਾ ਅੱਜ ਸਿੱਖਣ ਵਾਸਤੇ ਆਇਆ ਹੈ ਇਹ ਕੋਈ ਸਧਾਰਨ ਬੱਚਾ ਨਹੀਂ ਹੈ, ਬਹੁਤ ਜਹੀਨ ਅਕਲ ਦਾ ਮਾਲਕ ਹੈ, ਬਹੁਤ ਦਾਨਾ, ਬਹੁਤ ਸਿਆਣਾ ਹੈ, ਬਹੁਤ ਸੁਘੜ ਸੁਜਾਨ ਹੈ। ਜਦੋਂ ਵਕਤ ਨੇ ਆਪਣੀ ਕਰਵਟ ਬਦਲੀ, ਅੱਖਰ ਸਿੱਖੇ, ਅੱਖਰਾਂ ਨੂੰ ਜੋੜ ਕੇ ਸ਼ਬਦ ਸਿੱਖੇ, ਸ਼ਬਦ ਨੇ ਜੁੜ ਕੇ ਫੇਰ ਪੰਕਤੀ ਦਾ ਰੂਪ ਧਾਰਨ ਕੀਤਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ, ਪਾਂਦਾ ਜੀ, ਜਿਹੜਾ ਊੜਾ, ਐੜਾ, ਈੜੀ ਜਾਂ ਉਰਦੂ ਦੇ ਅਲਫਾਬੈਟ ਨੇ, ਅਲਫ, ਬੇ, ਪੇ, ਟੇ, ਜਾਂ ਜਿਹੜੇ ਮੁਲਕ 'ਚ ਆਪਾਂ ਬੈਠੇ ਆ ਇੱਥੋਂ ਦੀ ਬੋਲੀ ਦੀ ਗੱਲ ਕਰ ਲਈਏ, ਏ, ਬੀ, ਸੀ, ਇਹ ਜਿਹੜੇ ਅੱਖਰ ਤੁਸੀਂ ਮੈਨੂੰ ਪੜ੍ਹਾ ਰਹੇ ਹੋ, ਇਹਨਾਂ ਅੱਖਰਾਂ ਦੇ ਕੀ ਮਾਇਨੇ ਨੇ, ਕੀ ਮਤਲਬ ਨੇ? ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਦਾ ਸਵਾਲ ਸੁਣ ਕੇ ਪਾਂਦਾ ਹੈਰਾਨ ਰਹਿ ਗਿਆ ਤੇ ਕਹਿਣ ਲੱਗਾ, ਅੱਖਰ ਦਾ ਆਪਣੇ ਆਪ ਦੇ ਵਿੱਚ ਕੋਈ ਮਾਇਨਾ ਨਹੀਂ ਹੈਗਾ। ਅੱਖਰ, ਜਦੋਂ ਕੁਝ ਅੱਖਰ ਜੁੜਦੇ ਨੇ, ਸ਼ਬਦ ਬਣਦਾ ਹੈ ਤੇ ਫਿਰ ਉਹਨਾਂ ਦਾ ਮੀਨਿੰਗ ਬਣਦਾ, ਫਿਰ ਉਹਨਾਂ ਦਾ ਮਾਇਨਾ ਨਿਕਲਦਾ ਹੈ। ਤੇ ਇਹ ਚੇਤੇ ਰੱਖਿਆ ਜੇ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਭਾਈ ਮੰਝ ਨੂੰ ਇਹ ਗੱਲ ਕਿਹਾ ਨਾ, ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ, ਇਹਦਾ ਮਤਲਬ ਕੀ ਹੈ ਕਿ ਜਿਹੜੀ ਇਹ ਹਿਰਦੇ ਦੀਆਂ ਤਖਤੀਆਂ ਦੇ ਉੱਤੇ ਪਹਿਲਾਂ ਬਹੁਤ ਲਿਖਿਆ ਹੋਇਆ ਹੈ, ਉੱਥੇ ਹੋਰ ਲਿਖਣਾ ਬੜਾ ਔਖਾ ਹੈ। ਪਹਿਲਾਂ ਲਿਖਿਆ ਹੋਇਆ ਮਿਟਾਵਾਂਗੇ ਤਾਂ ਨਵਾਂ ਲਿਖਾਂਗੇ। ਜਿਹੜਾ ਬੰਦਾ ਇਸ ਅਹਿਸਾਸ ਦੇ ਵਿੱਚ ਨਾ, ਮੈਨੂੰ ਆਉਂਦਾ ਹੈ, ਮੈਨੂੰ ਸਮਝ ਹੈ, ਉਸ ਬੰਦੇ ਨੂੰ ਪ੍ਰਭਾਵਿਤ ਕਰਨਾ, ਕਨਵਿੰਸ ਕਰਨਾ ਬਹੁਤ ਮੁਸ਼ਕਲ ਹੈ, ਬਹੁਤ ਔਖਾ ਹੈ। ਪਾਂਦਾ ਜੀ ਨੇ ਜਵਾਬ ਦਿੱਤਾ, ਨਾਨਕ,
ਇਹ ਅੱਖਰ ਬੇਮਾਇਨੇ ਨੇ, ਇਹਨਾਂ ਦਾ ਕੋਈ ਮੀਨਿੰਗ ਨਹੀਂ ਹੈਗਾ। ਸੁਣਿਆ ਜੀ ਬੇਨਤੀ ਨੂੰ ਧਿਆਨ ਨਾਲ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਮੁਸਕਰਾਉਂਦਿਆਂ ਕਹਿਣ ਲੱਗੇ, ਪਾਂਧਾ ਜੀ ਜਿਹੜੇ ਅੱਖਰ ਬੇਮਾਇਨੇ ਨੇ, ਜਿਨ੍ਹਾਂ ਦਾ ਮੀਨਿੰਗ ਕਿਉਂ ਨਹੀਂ, ਕੋਈ ਨਹੀਂ, ਕਿਉਂ ਤੁਸੀਂ ਮੈਨੂੰ ਪੜ੍ਹਾ ਰਹੇ ਹੋ? ਕਿਉਂ ਤੁਸੀਂ ਆਪਣਾ ਤੇ ਮੇਰਾ ਕੀਮਤੀ ਸਮਾਂ ਅਜਾਈਂ ਗਵਾ ਰਹੇ ਹੋ? ਪਾਂਧੇ ਨੇ ਹੱਥ ਜੋੜ ਦਿੱਤੇ ਤੇ ਕਹਿਣ ਲੱਗੇ, ਨਾਨਕ ਤੁਸੀਂ ਦੱਸੋ, ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਮਿਹਰਾਂ ਦੇ ਦਾਤੇ ਜਿਸ ਮਕਸਦ ਵਾਸਤੇ ਸੰਸਾਰ ਦੇ ਵਿੱਚ ਆਏ ਸਨ, ਹਜ਼ੂਰ ਕਹਿਣ ਲੱਗੇ, ਪਾਂਧਾ ਜੀ ਮੇਰੇ ਮਨ ਦੀ ਭਾਵਨਾ ਇਹ ਹੈ, ਮਨੁੱਖ ਊੜਾ ਜ਼ਬਾਨ ਤੋਂ ਬੋਲੇ, ਐੜਾ ਜ਼ਬਾਨ ਤੋਂ ਬੋਲੇ, ਈੜੀ ਬੋਲੇ, ਅਲਫ ਬੋਲੇ, ਕੋਈ ਵੀ ਅੱਖਰ ਇਹਦੇ ਧਿਆਨ ਵਿੱਚ ਆਵੇ ਤੇ ਇਹਦੇ ਧਿਆਨ ਵਿੱਚ ਜਿਵੇਂ ਹੀ ਉਹ ਅੱਖਰ ਆਇਆ ਹੈ, ਮੈਂ ਚਾਹੁੰਦਾ ਇਹਦੀ ਸੁਰਤ ਨਿਰੰਕਾਰ ਨਾਲ ਜੁੜ ਜਾਏ। ਉਸ ਅੱਖਰ ਨੂੰ ਬੋਲਦਿਆਂ ਇਹਨੂੰ ਰੱਬ ਚੇਤੇ ਆ ਜਾਏ, ਪਰਮੇਸ਼ਰ ਚੇਤੇ ਆ ਜਾਏ, ਦੁਨੀਆ ਇਹਦੇ ਧਿਆਨ ਵਿੱਚੋਂ ਪਾਸੇ ਹੋ ਜਾਏ, ਨਿਰੰਕਾਰ ਇਹਦੇ ਧਿਆਨ ਵਿੱਚ ਵਸ ਜਾਏ। ਬਸ ਇਹੋ ਭਾਵਨਾ, ਇਹੋ ਮੁਰਾਦ ਹੈ। ਮੇਰੇ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਊੜੈ ਉਪਮਾ ਤਾਂ ਕੀ ਕੀਜੈ, ਜਾਂ ਕਾ ਅੰਤ ਨਾ ਪਾਰੋ। ਊੜੇ ਅੱਖਰ ਦੇ ਰਾਹੀਂ ਭਾਈ ਉਸ ਅਕਾਲ ਪੁਰਖ ਦੀ ਉਪਮਾ ਕਰ, ਉਹਦੇ ਨਾਲ ਜੁੜ ਜਿਹਦੇ ਨਾ ਉਰਲੇ ਪਾਸੇ ਦਾ ਪਤਾ ਹੈ ਨਾ ਪਾਰਲੇ ਪਾਸੇ ਦਾ ਪਤਾ ਹੈ। ਅੱਜ ਦੇ ਅਖੀਰਲਿਆਂ ਸ਼ਲੋਕਾਂ ਦੇ ਵਿੱਚ ਪੌੜੀ ਦੇ ਪਾਠ ਦੇ ਰੂਪ ਵਿੱਚ ਜਿੰਨਾ ਵੱਡਾ ਅਹਿਸਾਸ ਕਨਸੈਪਟ ਆਫ ਗॉड ਦਾ ਕਿਸੇ ਧਰਮ ਦਾ ਹੋਵੇਗਾ, ਓਨਾ ਹੀ ਵਿਸ਼ਾਲ ਹਿਰਦਾ ਉਹਦੇ ਮੰਨਣ ਵਾਲਿਆਂ ਦਾ ਹੋਵੇਗਾ। ਜਿਵੇਂ ਜਿਵੇਂ ਸਿੱਖ ਸੁਰਤ ਕਰਕੇ ਇੱਕ ਓੰਕਾਰ ਦੇ ਨੇੜੇ ਜਾਏਗਾ, ਸਤਨਾਮ ਦੀਆਂ ਧੁਨਾਂ ਦੇ ਵਿੱਚ ਸਮਾਏਗਾ, ਨਿਰਭਉ ਤੇ ਨਿਰਵੈਰ ਦੀ ਬਿਰਤੀ ਦਾ ਧਾਰਨੀ ਹੋਵੇਗਾ, ਅਕਾਲ ਮੂਰਤ ਵਾਲੇ ਗੁਣਾਂ ਨੂੰ ਆਪਣੇ ਜੀਵਨ ਅੰਦਰ ਅਪਣਾਏਗਾ ਤੇ ਗੁਰੂ ਪਿਆਰੀ ਸਾਧ ਸੰਗਤ, ਗੁਰੂ ਪ੍ਰਸਾਦ, ਗੁਰੂ ਦੀ ਕਿਰਪਾ ਦੇ ਰਾਹੀਂ ਉਹ ਸਾਰੇ ਮਰਾਤਬੇ ਜਿਹੜੇ ਗੁਰੂ ਗ੍ਰੰਥ ਸਾਹਿਬ ਸਿੱਖ ਦੀ ਝੋਲੀ ਵਿੱਚ ਪਾਉਣਾ ਲੋਚਦੇ ਨੇ, ਪੰਕਤੀਆਂ ਸਾਰਿਆਂ ਨੂੰ ਯਾਦ ਨੇ, ਜ਼ਰੂਰ ਕਿਰਪਾ ਕਰਿਆ ਜੇ। ਜਦੋਂ ਹਜ਼ੂਰ ਕਹਿੰਦੇ ਨੇ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਮੈਨੂੰ ਮਾਫ ਕਰਿਆ ਜੇ ਸਾਧ ਸੰਗਤ, ਇਹ ਚਾਰੇ ਦੇ ਚਾਰੇ ਚੀਜ਼ਾਂ ਕਿਸੇ ਜਿਮ ਦੇ ਵਿੱਚ ਨਹੀਂ ਘੜੀਆਂ ਜਾਣੀਆਂ। ਇਹਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿ ਇਸ ਘਾੜਤ ਸੱਚੀ ਟਕਸਾਲ ਦੇ ਵਿੱਚ ਹੀ ਘੜੀ ਜਾਣੀ ਹੈ। 38ਵੀਂ ਪੌੜੀ ਹੈ ਜਪਜੀ ਸਾਹਿਬ ਦੀ। ਜਤ ਪਹਾਰਾ ਧੀਰਜ ਸੁਣਿਆਰ, ਅਹਿਰਨ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤੇ ਢਾਲ। ਅੱਗੇ ਕੀ ਹੈ ਜੀ ਪਾਠ? ਘੜੀਐ ਸ਼ਬਦ ਘਾੜਤ ਘੜੀ ਜਾਏਗੀ। ਅਧੂਰੀ ਕੋਈ ਵੀ ਚੀਜ਼ ਹੈ ਉਹ ਖੂਬਸੂਰਤ ਨਹੀਂ ਲੱਗਦੀ, ਸੋ ਹੱਪਣ ਘਾੜਤ ਦੇ ਵਿੱਚ ਹੈ, ਮੁਕੰਮਲ ਬਿਲਟ ਅਪ ਹੋਣ ਦੇ ਵਿੱਚ ਸੋ ਹੱਪਣ ਹੈ। ਤੇ ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਸਾਖੀ ਨੂੰ ਮੁਕੰਮਲ ਕਰ ਲਈਏ। ਪਾਂਧਾ ਜੀ ਦੇ ਨਾਲ ਇਹ ਗੱਲਬਾਤ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਘਰ ਪੁੱਜੇ ਨੇ, ਪਾਂਧਾ ਹੈਰਾਨ ਹੈ ਤੇ ਉਹਨੂੰ ਐਵੇਂ ਵੀ ਲੱਗਾ ਹੈ ਕਿ ਅੱਜ ਮੈਨੂੰ ਟੁੱਟੇ ਹੋਏ ਨੂੰ ਗੁਰੂ ਨਾਨਕ ਸਾਹਿਬ ਦੇ ਬੋਲਾਂ ਨੇ ਰੱਬ ਨਾਲ ਜੋੜ ਦਿੱਤਾ ਹੈ, ਪਰਮੇਸ਼ਰ ਨਾਲ ਜੋੜ ਦਿੱਤਾ ਹੈ। ਆਪ ਜਿੰਨੇ ਗੁਰੂ ਚਰਨਾਂ 'ਚ ਜੁੜ ਬੈਠੇ ਹੋ, ਜਿੰਨੇ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਕੋਈ ਖੂਬਸੂਰਤ ਦ੍ਰਿਸ਼ ਜਿਹੜਾ ਸਾਡੇ ਮਨ ਨੂੰ ਬਹੁਤ ਲੁਭਾਉਂਦਾ ਹੈ, ਚੰਗਾ ਲੱਗਦਾ ਹੈ, ਕੋਈ ਖੂਬਸੂਰਤ ਰੂਪ, ਕੋਈ ਖੂਬਸੂਰਤ ਸੁਭਾਅ ਜਿਹੜਾ ਸਾਨੂੰ ਚੰਗਾ ਲੱਗਦਾ ਹੈ, ਉਸ ਨੂੰ ਵੇਖ ਕੇ ਇੱਕੋ ਗੱਲ ਸਿੱਖ ਦੇ ਧਿਆਨ ਵਿੱਚ ਆਉਣੀ ਚਾਹੀਦੀ ਹੈ। ਇਹ ਖੂਬਸੂਰਤ ਲੋਕੇਸ਼ਨ ਬਣਾਉਣ ਵਾਲਿਆ, ਇਹ ਖੂਬਸੂਰਤ ਦ੍ਰਿਸ਼ ਬਣਾਉਣ ਵਾਲਿਆ, ਇੰਨਾ ਖੂਬਸੂਰਤ ਰੂਪ ਦੇਣ ਵਾਲਿਆ, ਐਡਾ ਚੰਗਾ ਸੁਭਾਅ ਦੇਣ ਵਾਲਿਆ, ਤੂੰ ਆਪ ਕਿੱਡਾ ਚੰਗਾ ਹੋਵੇਂਗਾ। ਤੇ ਜਦੋਂ ਵਿਜ਼ੀਬਲ ਤੋਂ, ਦ੍ਰਿਸ਼ਟਮਾਨ ਤੋਂ ਸਿੱਖ ਦੀ ਸੁਰਤ ਇਨਵਿਜ਼ੀਬਲ ਦਾ ਪੈਂਡਾ ਤੈਅ ਕਰਦੀ ਹੈ,
ਇਸੇ ਨੂੰ ਮੇਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਤੇ ਆਖਿਆ, ਜੇ ਪਾਰ ਜਾਣਾ ਹੈ, ਜੇ ਅੱਗੇ ਲੰਘਣਾ ਹੈ ਤਾਂ ਭਾਈ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਮਾਲਕ ਨਿਰੰਕਾਰ ਦੇ ਚਰਨਾਂ ਨਾਲ ਜੁੜਨਾ ਕਰੀਏ। ਜੁੜਨਾ ਕਿਵੇਂ ਆ, ਔਖਾ ਕਿਉਂ ਹੈ? ਮਹਾਰਾਜ ਨੇ ਸਪਸ਼ਟ ਕਰ ਦਿੱਤਾ। ਜਦੋਂ ਹਜ਼ੂਰ ਕਹਿੰਦੇ ਨੇ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੇ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਘਰ ਆਏ, ਬਿਲਕੁਲ ਚੁੱਪ ਵੱਟ ਲਈ। ਨਾ ਕੁਝ ਖਾਧਾ, ਨਾ ਕੁਝ ਪੀਤਾ, ਨਾ ਕੁਝ ਰਸਨਾ ਤੋਂ ਬੋਲਿਆ। ਸਾਰੇ ਹੈਰਾਨ ਵੀ ਅੱਜ ਜਮਾਤ ਵਿੱਚੋਂ ਸਿੱਖ ਕੇ ਪੜ੍ਹ ਕੇ ਆਏ ਨੇ ਤੇ ਬੋਲਦੇ ਨਹੀਂ ਪਏ। ਸਾਰੀ ਰਾਤ ਵੀ ਇਸੇ ਤਰ੍ਹਾਂ ਲੰਘ ਗਈ। ਅਗਲਾ ਜਦੋਂ ਦਿਨ ਚੜ੍ਹਿਆ, ਸਾਰੇ ਮਹੱਲੇ ਵਿੱਚ ਗੱਲ ਫੈਲ ਗਈ, ਗੁਰੂ ਨਾਨਕ ਸਾਹਿਬ ਕੁਝ ਬੋਲਦੇ ਨਹੀਂ। ਤੇ ਜਿਸ ਵੇਲੇ ਇਹ ਖਬਰ ਪਾਂਧੇ ਦੇ ਕੋਲ ਪੁੱਜੀ, ਪਾਂਧੇ ਨੂੰ ਘਰ ਬੁਲਾਇਆ ਗਿਆ। ਪਾਂਧਾ ਅੱਜ ਉਸ ਸੁਰਤ ਦਾ ਮਾਲਕ ਬਣ ਗਿਆ ਹੈ, ਜਿਹੜੀ ਸੁਰਤ ਗੁਰੂ ਨਾਨਕ ਸਾਹਿਬ ਇਸ ਸੰਸਾਰ ਨੂੰ ਦੇਣ ਵਾਸਤੇ ਆਏ ਸਨ, ਜਿਹੜੀ ਬਖਸ਼ਿਸ਼ ਦਾ ਪਾਤਰ ਬਣਾਉਣ ਵਾਸਤੇ ਆਏ ਸਨ। ਮਾਤਾ ਤ੍ਰਿਪਤਾ ਜੀ ਨੇ ਜ਼ੋਰ ਲਾਇਆ, ਪਿਤਾ ਕਾਲੂ ਜੀ ਨੇ ਜ਼ੋਰ ਲਾਇਆ, ਬੇਬੇ ਨਾਨਕੀ ਨੇ ਬੜਾ ਕੁਝ ਆਖਿਆ, ਚਾਚਾ ਲਾਲੂ ਜੀ ਨੇ ਵੀ ਜ਼ੋਰ ਲਾਇਆ। ਪਰ ਜਦੋਂ ਕਿਸੇ ਦੇ ਕਹਿਣ ਤੇ ਵੀ ਹਜ਼ੂਰ ਨੇ ਕੋਈ ਅੱਖਰ ਉਚਾਰਨ ਨਹੀਂ ਕੀਤਾ, ਪਾਂਧਾ ਜੀ ਕੰਨ ਵਿੱਚ ਫੂਕ ਮਾਰਦੇ ਨੇ ਤੇ ਕਹਿੰਦੇ ਨੇ, ਨਾਨਕ ਤੈਨੂੰ ਖੁਦਾਏ ਦੀ ਕਸਮ ਹੀ, ਇਸ ਰਸਨਾ ਤੋਂ ਕੁਝ ਤੇ ਬੋਲ, ਤੈਨੂੰ ਅੱਲਾ ਦੀ ਸਹੁੰ ਏ, ਇਸ ਜ਼ਬਾਨ ਤੋਂ ਕੁਝ ਤੇ ਕਹਿ। ਮੇਰੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਪਾਂਧਾ ਜੀ ਸੱਚ ਪੁੱਛੋ, ਮੈਂ ਕੀ ਬੋਲਾਂ? ਇਹ ਸੰਸਾਰ ਉਹਨੂੰ ਸੱਚ ਮੰਨ ਕੇ ਬੈਠਾ ਹੈ ਜਿਹਦਾ ਕੋਈ ਵਜੂਦ ਨਹੀਂ ਹੈਗਾ। ਯਕ ਅਰਜ਼ ਗੁਪਤਮ ਪੇਸ਼, ਤੋ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਿਗਾਰ। ਪਾਂਧਾ ਜੀ ਮੈਂ ਕੀ ਬੋਲਾਂ? ਜਦੋਂ ਮੈਨੂੰ ਕੋਈ ਅੱਲਾ ਦਾ ਵਾਸਤਾ ਦਿੰਦਾ, ਅੱਲਾ ਮੇਰਾ ਸੱਜਣ ਹੈ, ਵਾਹਿਗੁਰੂ ਮੇਰਾ ਮਿੱਤਰ ਹੈ, ਜਦੋਂ ਉਹਦਾ ਵਾਸਤਾ ਦਿੰਦਾ ਫਿਰ ਮੇਰੇ ਕੋਲੋਂ ਚੁੱਪ ਨਹੀਂ ਰਿਹਾ ਜਾਂਦਾ। ਤੇ ਮੈਂ ਦੁਨੀਆ ਨੂੰ ਇਹ ਸੱਚ ਦੱਸਣਾ ਚਾਹੁੰਦਾ ਭਾਈ, ਜਿਹਨੂੰ ਤੁਸੀਂ ਸੱਚ ਮੰਨ ਕੇ ਬੈਠੇ ਹੋ, ਅਸਲ ਦੇ ਵਿੱਚ ਇਹ ਕੱਚ ਹੈ। ਤੇ ਜੇ ਕੱਚ ਨਾਲ ਜੁੜੇ ਰਹੋਗੇ, ਸੱਚ ਤੋਂ ਦੂਰ ਰਹਿ ਜਾਓਗੇ, ਸੱਚ ਨਾਲ ਨਹੀਂ ਜੁੜ ਪਾਓਗੇ। ਅੱਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਮਹਾਰਾਜ ਇੱਕ ਇੱਕ ਅੱਖਰ ਦੇ ਰਾਹੀਂ ਸਾਡੀ ਸੁਰਤ ਨੂੰ ਉਸ ਸੱਚ ਨਾਲ ਜੁੜਨ ਦੀ ਪ੍ਰੇਰਨਾ ਕਰਦੇ ਨੇ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ਼। ਹੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ, ਕਦੇ ਨਾ ਨਾਸ਼ ਹੋਣ ਵਾਲੇ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ। ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ। ਕੇਵਲ ਤੇ ਕੇਵਲ ਸਮੁੱਚੇ ਬ੍ਰਹਿਮੰਡ ਦੇ ਵਿੱਚ ਜੇ ਕੋਈ ਮੁਕੰਮਲ ਹੈ, ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ, ਸਾਰਿਆਂ ਨੂੰ ਯਾਦ ਹੋਣਗੇ, ਜਦੋਂ ਮਹਾਰਾਜ ਕਹਿੰਦੇ ਨੇ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ। ਬਾਕੀ ਭਾਈ ਸਾਰੇ ਹੀ ਅਧੂਰੇ ਨੇ, ਕੋਈ ਕਿਸੇ ਪੱਖ ਤੋਂ ਹੀਣਾ ਹੈ, ਕੋਈ ਕਿਸੇ ਪੱਖ ਤੋਂ ਹੀਣਾ ਹੈ। ਇਹ ਗੱਲ ਵੱਖਰੀ ਹੈ ਕਿ ਮਨੁੱਖ ਆਪਣੇ ਅਹਿਸਾਸ ਦੇ ਵਿੱਚ ਕੀ ਪਾਲ ਕੇ ਬੈਠਾ ਹੈ। ਹਜ਼ੂਰ ਨੇ ਅੱਗੇ ਕਿਰਪਾ ਕੀਤੀ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਸਾਰਿਆਂ ਦੇ ਸਦੀਵੀ ਸੰਗੀ ਅਕਾਲ ਪੁਰਖ ਜੀ ਕੇਵਲ ਤੁਸੀਂ ਹੋ, ਤੁਹਾਡਾ ਕੋਈ ਆਕਾਰ ਨਹੀਂ ਹੈਗਾ। ਜੇ ਨਿਤਨੇਮ ਦੇ ਧਾਰਨੀ ਹੋ ਤੇ ਬਚਨ ਪੜ੍ਹਦੇ ਹੋ ਤੇ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ, ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਣ ਜੇ, ਰੂਪ ਰੰਗ ਅਰ ਰੇਖ ਭੇਖ ਕੋ, ਕਹਿ ਨਾ ਸਕਤ ਕੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ। ਕੋਟ ਇੰਦਰ ਇੰਦਰਾਨ ਸ਼ਾਹ ਚਾਹਾਨ ਗਣੀਜੈ, ਤ੍ਰੇ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤਬ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸੁਮਤ। ਹੇ ਗੋਬਿੰਦ ਹੇ ਗੁਣ ਨਿਧਾਨ। ਇੱਕ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀ ਸਪਸ਼ਟ ਮੇਰੇ ਦਾਤੇ ਨੇ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਨੇ, ਦੁਨੀਆ ਨੇ
ਰੱਬ ਦੇ ਜਿਹੜੇ ਗੁਣ ਵੇਖੇ, ਰੱਬ ਨੂੰ ਉਸੇ ਨਾਂ ਨਾਲ ਬੁਲਾਣਾ ਸ਼ੁਰੂ ਕਰ ਦਿੱਤਾ। ਗੋ ਦਾ ਮਤਲਬ ਹੈਗਾ ਧਰਤੀ, ਬਿੰਦ ਦਾ ਮਤਲਬ ਹੈਗਾ ਪਾਲਣ ਵਾਲਾ। ਧਰਤੀ ਦੇ ਪਾਲਣਹਾਰੇ ਦੇ ਰੂਪ ਵਿੱਚ ਜਦੋਂ ਰੱਬ ਨੂੰ ਵੇਖਿਆ, ਉਹਦਾ ਨਾਂ ਗੋਬਿੰਦ ਰੱਖ ਲਿਆ। ਹਜ਼ੂਰ ਇੱਥੇ ਕਿਰਪਾ ਬਖਸ਼ਿਸ਼ ਕਰਦੇ ਪਏ ਨੇ, ਤੁਸੀਂ ਦੇਵੀ ਗੁਣਾਂ ਦੇ ਖਜ਼ਾਨੇ ਹੋ ਤੇ ਸਾਰਾ ਸੰਸਾਰ ਤੁਹਾਡੇ ਕੋਲੋਂ ਗੁਣਾਂ ਦੀ ਦਾਤ ਲੈ ਕੇ ਵਰਤ ਰਿਹਾ ਹੈ। ਹੇ ਅਪਰੰਪਰ ਹਰ ਹਾਰੇ, ਹੈ ਪੀ ਹੋਵਨ ਹਾਰ। ਤੁਸੀਂ ਪਾਸਟ ਵਿੱਚ ਸੀ, ਤੁਸੀਂ ਅੱਜ ਵੀ ਹੋ, ਤੁਸੀਂ ਫਿਊਚਰ ਦੇ ਵਿੱਚ ਵੀ ਇਸੇ ਤਰ੍ਹਾਂ ਰਹਿਣਾ ਹੈ। ਬਾਕੀ ਸਾਰੇ ਦਾ ਸਾਰਾ ਸੰਸਾਰ ਕਾਲ ਦੇ, ਟਾਈਮ ਦੇ, ਸਮੇਂ ਦੇ ਪ੍ਰਭਾਵ ਥੱਲੇ ਹੈ। ਜੇ ਕੋਈ ਬਿਯੋਂਡ ਆਫ ਟਾਈਮ ਹੈ, ਇਹਨੂੰ ਆਪਾਂ ਜਪਜੀ ਸਾਹਿਬ ਦੇ ਵਿੱਚ ਕੀ ਕਹਿੰਦੇ ਆ? ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਅਖੀਰਲੀਆਂ ਪੰਕਤੀਆਂ। ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਂ ਆਧਾਰ। ਤੁਸੀਂ ਰੱਬ ਦੇ ਪਿਆਰਿਆਂ ਦੇ ਸਦੀਵੀ ਸੰਗੀ ਹੋ, ਜਿਹੜੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਨੇ। ਨਿਆਸਰਿਆਂ ਦੇ ਆਸਰੇ ਹੋ ਤੇ ਨਿਧਰਿਆਂ ਦੀ ਧਿਰ ਹੋ। ਹਜ਼ੂਰ ਨੇ ਅੱਗੇ ਕਿਰਪਾ ਕੀਤੀ, ਅਰਦਾਸ ਰੂਪ ਦੇ ਵਿੱਚ ਬੋਲ ਨੇ। ਹੇ ਠਾਕੁਰ ਹੋਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਹੇ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ, ਤੁਸੀਂ ਕਰਨ ਕਾਰਨ ਸਮਰੱਥ ਹੋ। ਅਸੀਂ ਤੁਹਾਡੇ ਦਾਸ ਹਾਂ ਤੇ ਸਾਡੇ ਜੀਵਨ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਗੁਣ ਨਹੀਂ। ਰੂਪਹੀਨ ਬੁੱਧ ਬਲਹੀਨੀ, ਮੋਹੇ ਪਰਦੇਸਨ ਦੂਰ ਤੇ ਆਈ। ਨਾਨਕ ਦੀਜੈ ਨਾਮ ਦਾ, ਰਾਖੋ ਹੀਐ ਪਰੋਏ। ਝੋਲੀ ਅੱਡ ਕੇ ਇਹ ਅਰਦਾਸ ਹੈ ਸੱਚੇ ਪਾਤਸ਼ਾਹ, ਇਸ ਸਖਣੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾ। ਮੈਂ ਉਸ ਨਾਮ ਨੂੰ ਆਪਣੇ ਜਿੰਦ ਦਾ ਆਧਾਰ ਬਣਾ ਕੇ ਆਪਣੇ ਜੀਵਨ ਦੇ ਬੇੜੇ ਨੂੰ ਬੰਨੇ ਲਾ ਸਕਾਂ। ਮੇਰੇ ਗੁਰੂ ਗ੍ਰੰਥ ਸਾਹਿਬ ਦੇ ਬੜੇ ਪਵਿੱਤਰ ਬੋਲ ਨੇ, ਜਦੋਂ ਮੇਰੇ ਸਾਹਿਬ ਇਹ ਕਿਰਪਾ ਕਰਦੇ ਨੇ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਗੁਰੂ ਪਿਆਰੇ ਸਾਧ ਸੰਗਤ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬੜੀ ਕਿਰਪਾ ਬਖਸ਼ਿਸ਼ ਕੀਤੀ। ਖਾਸ ਤੌਰ ਦੇ ਉੱਤੇ ਮੇਰੀਆਂ ਸਤਿਕਾਰਯੋਗ ਮਾਤਾਵਾਂ, ਜਿਹੜੀਆਂ ਪਿੱਛੇ ਬਹਿ ਕੇ ਬੜੀ ਇਕਾਗਰ